ਕੁਛ ਇੱਕ ਸਿੰਬਲਸ ਦੀ ਗੱਲ ਜਿਵੇਂ ਆਪਾਂ ਬਲਜੀਤ ਕਰਦੇ ਹਾਂ, ਤੁਸੀਂ ਗੱਲ ਸ਼ੁਰੂ ਕਰੋ ਕਿ ਤੁਸੀਂ ਇੱਕ ਸਿੰਬਲ ਈਜਾਦ ਕੀਤਾ ਜਿਹੜਾ ਕਿ ਸਰੋਂ ਦਾ ਫੁੱਲ ਹੈ, ਉਸ ਦੀ ਕੀ ਮਹੱਤਤਾ ਹੈ, ਉਸ ਨੂੰ ਕਿਵੇਂ ਆਪਾਂ ਵਰਤ ਸਕਦੇ ਹਾਂ ਅਤੇ ਉਸ ਨੂੰ ਕਿਵੇਂ ਆਪਾਂ ਲੋਕਾਂ ਤੱਕ ਉਸ ਦੀ ਗੱਲਬਾਤ ਕਰ ਸਕਦੇ ਹਾਂ। ਹਾਂਜੀ, ਸਭ ਤੋਂ ਪਹਿਲਾਂ ਤਾਂ ਜੀ ਜਿਹੜਾ ਜੂਨ ਦਾ ਮਹੀਨਾ ਹੈ, ਇਹ ਜੂਨ 1984 ਜੋ ਸ਼੍ਰੀ ਦਰਬਾਰ ਸਾਹਿਬ ਉੱਤੇ, ਅਕਾਲ ਤਖ਼ਤ ਸਾਹਿਬ ਉੱਤੇ ਜੋ ਹਮਲਾ ਹੋਇਆ ਹੈ ਭਾਰਤੀ ਫੌਜ ਦਾ, ਉਹ ਹਾਂਜੀ ਜੀ ਸਿੱਖ ਹਿਸਟਰੀ ਦਾ ਇੱਕ ਟਰਨਿੰਗ ਪੁਆਇੰਟ ਹੈ। ਔਰ ਕਿਉਂਕਿ ਅਸੀਂ ਆਮ ਇਹ ਗੱਲ ਕਰ ਦਿੰਦੇ ਹਾਂ ਕਿ ਉਹ ਜਿਹੜਾ ਹਮਲਾ ਹੋਇਆ ਹੈ ਕਿ ਕੁਝ ਇੱਕ ਲੋਕਾਂ ਨੂੰ ਦਰਬਾਰ ਸਾਹਿਬ ਵਿੱਚੋਂ, ਕੰਪਲੈਕਸ ਵਿੱਚੋਂ ਕੱਢਣ ਲਈ ਕੀਤਾ ਗਿਆ, ਪਰ ਹਕੀਕਤ ਇਹ ਹੈ ਜਦੋਂ ਤੁਸੀਂ ਉਹਨੂੰ ਪਿਛਲੇ ਜਿਹੜੇ 30-40 ਸਾਲ ਨੇ ਉਹਨਾਂ ਨੂੰ ਜਦੋਂ ਤੁਸੀਂ ਅਸੈਸ ਕਰਦੇ ਹੋ ਤਾਂ ਇਹ ਸਮਝ ਆਉਂਦੀ ਹੈ ਕਿ ਉਹ ਹਮਲਾ ਸਿਰਫ ਇਹ ਜਿਹੜੇ ਕੁਝ ਲੋਕਾਂ ਦੇ ਖਿਲਾਫ ਨਹੀਂ, ਪਰ ਇੱਕ ਪੂਰੀ ਕੌਮ ਦੇ ਖਿਲਾਫ ਉਹਨਾਂ ਦੀ ਜਿਹੜੀ ਕਿਰਦਾਰਕੁਸ਼ੀ ਕਰਨਾ ਜਾਂ ਉਹਨਾਂ ਦਾ ਜੋ ਜੈਨੋਸਾਈਡ ਜਿਹਨੂੰ ਆਪਾਂ ਕਹਿ ਲੈਂਦੇ ਕਿ ਸਿੱਖ ਜੈਨੋਸਾਈਡ ਜਿਹੜਾ ਹੋਇਆ ਹੈ, ਉਹਦੇ ਵਿੱਚ ਉਹਨਾਂ ਦੀ ਜਿਹੜੀ ਧਾਰਮਿਕ ਪਰੰਪਰਾਵਾਂ ਨੇ, ਜਿਹੜੀਆਂ ਉਹਨਾਂ ਦੀਆਂ ਸੋਸ਼ਲ ਪਰੰਪਰਾਵਾਂ ਨੇ, ਉਹਨਾਂ ਦਾ ਜਿਹੜਾ ਰਿਟਨ ਲਿਟਰੇਚਰ ਹੈ, ਉਹਨਾਂ ਦੀ ਆਰਟ ਹੈ, ਜੋ ਉਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਖ਼ਤਮ ਕਰਨ ਲਈ ਹਮਲਾ ਕੀਤਾ ਗਿਆ ਹੈ। ਕਿਉਂਕਿ ਜਿਹੜੀ ਰੈਫਰੈਂਸ ਜੋ ਸਿੱਖ ਰੈਫਰੈਂਸ ਲਾਇਬ੍ਰੇਰੀ ਹੈ ਉਸ ਨੂੰ ਤਬਾਹ ਕੀਤਾ ਗਿਆ, ਉੱਥੋਂ ਚੀਜ਼ਾਂ ਚੱਕ ਲਈਆਂ ਗਈਆਂ, ਜੋ ਉੱਥੋਂ ਮਟੀਰੀਅਲ ਉਹ ਅੱਜ ਤੱਕ ਸਿੱਖਾਂ ਨੂੰ ਵਾਪਸ ਨਹੀਂ ਮਿਲਿਆ, ਔਰ ਨਾ ਸਰਕਾਰ ਨੇ ਦੱਸਿਆ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਮਟੀਰੀਅਲ ਜੋ ਫੌਜ ਉੱਥੋਂ ਚੱਕ ਕੇ ਲੈ ਗਈ ਸੀ ਉਹ ਕਿੱਥੇ ਹੈ। ਉਹ ਇਸੇ ਤਰ੍ਹਾਂ ਸਿੱਖ ਹਿਸਟਰੀ ਦੇ ਨਾਲ ਜਿਹੜੀਆਂ ਰਿਲੇਟਿਡ ਚੀਜ਼ਾਂ ਸਨ ਉੱਥੋਂ, ਉਹ ਵੀ ਉੱਥੋਂ ਸਾਰੀਆਂ ਚੱਕ ਲਈਆਂ ਗਈਆਂ। ਸੋ ਇਹ ਸਿਰਫ ਇੱਕ ਫੌਜੀ ਹਮਲਾ ਇੱਕ ਕੰਪਲੈਕਸ ਉੱਤੇ ਜਾਂ ਇੱਕ ਧਾਰਮਿਕ ਸਥਾਨ 'ਤੇ ਨਹੀਂ ਸੀ, ਸਾਰੀ ਕੌਮ 'ਤੇ ਔਰ ਉਹਨਾਂ ਦਾ ਜਿਹੜਾ ਕਲਚਰਲ ਆਇਡੈਂਟੀਟੀ ਔਰ ਰਿਲੀਜੀਅਸ ਆਇਡੈਂਟੀਟੀ ਖਤਮ ਕਰਨ ਨੂੰ ਕੀਤਾ ਗਿਆ। ਸੋ ਤੁਸੀਂ ਗੱਲ ਕੀਤੀ ਮਸਟਰਡ ਫਲਾਵਰ ਦੀ, ਸੋ ਇਹ ਮਸਟਰਡ ਫਲਾਵਰ ਕੈਂਪੇਨ ਜਿਹੜਾ ਕਿ ਪਿਛਲੇ ਨਵੰਬਰ ਵਿੱਚ, ਸੋ 7 ਮਹੀਨੇ ਤੋਂ ਥੋੜ੍ਹਾ ਜਿਹਾ ਜ਼ਿਆਦਾ ਹੋ ਗਿਆ, ਇਹ ਸ਼ੁਰੂ ਕੀਤਾ ਗਿਆ ਸੀਗਾ। ਸੋ ਇਹ ਮੈਂ ਕਿਤਾਬ ਲਿਖ ਰਿਹਾ, ਇੱਕ ਛੋਟਾ ਜਿਹਾ ਨਾਵਲੈਟ ਜੋ ਕਿ ਇਸ ਸਾਲ ਦੇ ਅਖੀਰ 'ਚ ਆਏਗਾ, ਉਹਦੇ ਵਿੱਚ ਇੱਕ ਚੈਪਟਰ ਲਿਖ ਰਿਹਾ ਸੀਗਾ ਫੀਲਡ ਆਫ ਯੈਲੋ ਮਸਟਰਡ ਫਲਾਵਰਸ। ਸੋ ਉਹ ਜਦੋਂ ਮੈਂ ਚੈਪਟਰ ਲਿਖਿਆ ਤੇ ਉਹਦੇ ਵਿੱਚੋਂ ਜਿਹੜੀ ਉਹ ਸਾਰੀ ਕਹਾਣੀ ਚੱਲਦੀ ਹੈ, ਉਹਦੇ ਵਿੱਚੋਂ ਇੱਕ ਜਿਹੜਾ ਸਿੰਬੋਲਿਜ਼ਮ ਦਾ ਜਿਹੜਾ ਕੌਨਸੈਪਟ ਹੈ ਉਹ ਸਾਹਮਣੇ ਆਇਆ। ਔਰ ਉਸ ਸਿੰਬੋਲਿਜ਼ਮ ਦੇ ਕੌਨਸੈਪਟ ਨੂੰ ਜਦੋਂ ਮੈਂ ਦੇਖਦਾ ਹਾਂ ਕਿ ਜਿਹੜੇ ਸਾਡਾ ਹੋਲੋਕਾਸਟ ਹੋਇਆ ਜਿਊਜ਼ ਦਾ, ਔਰ ਅਰਮੇਨੀਅਨ ਜੈਨੋਸਾਈਡ ਹੋਇਆ, ਹੋਰ ਬਹੁਤ ਸਾਰੇ ਜੈਨੋਸਾਈਡ ਦੁਨੀਆ 'ਚ ਹੋਏ ਨੇ, ਔਰ ਉਹਨਾਂ ਲੋਕਾਂ ਨੇ 100 ਸਾਲ ਤੋਂ ਬਾਅਦ ਜਾ ਕੇ ਆਪਣੇ ਇੱਕ ਸਿੰਬਲ ਤਿਆਰ ਕੀਤੇ, ਆਪਣੀ ਲਿਟਰੇਚਰ ਤਿਆਰ ਕੀਤਾ, ਇੱਕ ਜੈਨੂਅਨ ਹਿਸਟਰੀ ਡਾਕੂਮੈਂਟ ਕੀਤੀ। ਜਿਹੜੇ ਉਹਨਾਂ ਦੇ ਲਿਵਿੰਗ ਜੈਨੋਸਾਈਡ ਸਰਵਾਈਵਰ ਸੀਗੇ, ਉਹਨਾਂ ਦੀ ਇੱਕ ਲਿਵਿੰਗ ਹਿਸਟਰੀ ਡਾਕੂਮੈਂਟ ਕੀਤੀ ਤਾਂ ਕਿ ਅਗਲੀ ਜਨਰੇਸ਼ਨ ਜਿਹੜੀ ਹੈ ਉਹ ਉਹਨੂੰ ਯਾਦ ਰੱਖ ਸਕੇ। ਸੋ ਉਹਦੇ ਤੋਂ ਇਹ ਖਿਆਲ ਆਇਆ ਕਿ ਜਿਹੜਾ ਸਿੱਖ ਜੈਨੋਸਾਈਡ ਹੈ ਉਹਦਾ ਕੋਈ ਸਿੰਬੋਲਿਕ ਜਿਹੜੀ ਸਿੰਬੋਲਿਕ ਚੀਜ਼ ਹੈ ਉਹ ਸਾਡੇ ਕੋਲ ਸਿੱਖਾਂ ਕੋਲ ਨਹੀਂ ਹੈ। ਸੋ ਉਸ ਸਿਲਸਿਲੇ ਦੇ ਵਿੱਚ ਜੋ ਸਰੋਂ ਦਾ ਫੁੱਲ ਹੈ, ਮਸਟਰਡ ਫਲਾਵਰ, ਉਸ ਦੀ ਇੱਕ ਪੇਂਟਿੰਗ ਵੀ ਤਿਆਰ ਕੀਤੀ ਗਈ। ਔਰ ਇਹ ਜਿਹੜਾ ਕੌਨਸੈਪਟ ਹੈ ਕਿ ਜਿਹੜਾ ਸਰੋਂ ਦਾ ਫੁੱਲ ਹੈ ਜਾਂ ਸਰੋਂ ਦੇ ਖੇਤ ਨੇ ਸਾਡੇ, ਉਹ ਸਰੋਂ ਦੇ ਖੇਤ ਜਿੱਥੇ ਮਤਲਬ ਕਿ ਸਾਨੂੰ ਉਹ ਖਾਣ ਨੂੰ ਵੀ ਦਿੰਦੇ ਨੇ, ਸਾਡਾ ਜਿਹੜਾ ਫਾਰਮਿੰਗ ਟ੍ਰੈਡੀਸ਼ਨ ਆ ਉਹ ਵੀ ਜੁੜਿਆ ਹੋਇਆ, ਸਾਡਾ ਮਾਰਸ਼ਲ ਟ੍ਰੈਡੀਸ਼ਨ ਜੁੜਿਆ ਹੋਇਆ, ਸਾਡੀ ਹਿਸਟਰੀ ਹੈ ਪੰਜਾਬ ਦੀ ਇੱਕ ਸਿੱਖਾਂ ਦੀ ਔਰ ਸਰੋਂ ਦੇ ਖੇਤਾਂ ਦੀ। ਸੋ ਉਹ ਸਰੋਂ ਦੇ ਖੇਤ ਸਾਡੇ ਜਿਹੜੇ ਪੰਜਾਬ ਦੇ ਵਿੱਚ 2 ਦਹਾਕੇ ਸਾਡੇ ਨੌਜਵਾਨਾਂ ਦੇ ਖੂਨ ਦੇ ਨਾਲ ਲੱਥਪੱਥ ਹੋਏ, ਉੱਥੇ ਸਾਡੇ ਨੌਜਵਾਨਾਂ ਦਾ ਖੂਨ ਡੋਲਿਆ ਗਿਆ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ, ਬਹੁਤ ਸਾਰੇ ਸਿੰਘ ਸਿੰਘਣੀ ਜਿਹੜੀਆਂ ਸ਼ਹੀਦ ਕੀਤੇ ਗਏ ਉੱਥੇ। ਔਰ ਉੱਥੋਂ ਇਹ ਕੌਨਸੈਪਟ ਲੈ ਕੇ ਕੌਨਸੈਪਟ ਸਾਹਮਣੇ ਆਉਂਦਾ ਹੈ ਕਿ ਜਿਹੜਾ ਸਰੋਂ ਦਾ ਫੁੱਲ ਹੈ ਉਸ ਨੂੰ ਸਿੱਖ ਜੈਨੋਸਾਈਡ, ਔਰ ਜਦੋਂ ਅਸੀਂ ਸਿੱਖ ਜੈਨੋਸਾਈਡ ਕਹਿੰਦੇ ਹਾਂ ਤੇ ਉਹ ਮੈਂ 1980s ਔਰ 1990s ਸਾਰੀ ਦੀ ਗੱਲ ਕਰ ਰਿਹਾ ਕਿ ਜਦੋਂ ਗੱਲ ਸ਼ੁਰੂ ਹੁੰਦੀ ਹੈ 1984 ਹੁੰਦਾ ਹੈ, ਜੂਨ ਹੁੰਦਾ ਹੈ, ਨਵੰਬਰ 1984 ਆਉਂਦਾ ਹੈ, ਔਰ ਉਸ ਤੋਂ ਬਾਅਦ ਫਿਰ ਜੋ 10 ਸਾਲ ਜਿਹੜੀ ਉੱਥੇ ਇਹ ਇੱਕ ਸਟਰਗਲ ਚੱਲਦੀ ਹੈ, ਇੱਕ ਬੈਟਲ ਚੱਲਦੀ ਹੈ, ਉਹਦੇ ਵਿੱਚ ਇਨੋਸੈਂਟ ਲਾਈਫਸ ਜਿਹੜੀਆਂ ਲੋਸ ਹੋਈਆਂ, ਔਰ ਜਿਹੜੇ ਸਿੱਖ ਸ਼ਹੀਦ ਹੋਏ ਨੇ ਆਪਣੀ ਹੱਕਾਂ ਦੀ ਲੜਾਈ ਲੜਦੇ, ਉਹਨਾਂ ਸਾਰਿਆਂ ਨੂੰ ਯਾਦ ਕਰਦੇ ਹਾਂ। ਇਹ ਕੌਨਸੈਪਟ ਸਰੋਂ ਦੇ ਫੁੱਲ ਦਾ ਕਿ ਸਰੋਂ ਦਾ ਫੁੱਲ ਸਿੱਖ ਐਜ਼ ਆ ਕੌਮ ਸੰਗਤੀ ਰੂਪ ਦੇ ਵਿੱਚ ਇਸ ਨੂੰ ਅਡੋਪਟ ਕਰਨ
ਤਾਂ ਕਿ ਸਿੱਖ ਜੈਨੋਸਾਈਡ ਦਾ ਸਿੰਬਲ ਵੀ ਉਸੇ ਤਰ੍ਹਾਂ ਦੁਨੀਆ 'ਚ ਪ੍ਰਚਾਰਿਆ ਜਾਵੇ ਜਿਵੇਂ ਹੋਲੋਕੋਸਟ ਦਾ, ਰਮੀਨੀਅਨ ਜੈਨੋਸਾਈਡ ਜਾਂ ਹੋਰ ਜਿਹੜੇ ਜੈਨੋਸਾਈਡਸ ਨੇ ਉਹਨਾਂ ਨੇ ਆਪਣਾ ਐਸਟੈਬਲਿਸ਼ ਕੀਤਾ ਹੈ। ਸੋ ਇੱਥੇ ਇੱਕ ਬੜੀ ਇੰਪੋਰਟੈਂਟ ਗੱਲ ਮੈਂ ਕਹਿਣ ਲੱਗਾ ਹੈ ਕਿ ਇਹ ਜਿਹੜੀ ਲੜਾਈ ਹੈ ਸਾਡੀ, ਇਹ ਯਾਦਦਾਸ਼ਤ ਦੇ ਨਾਲ ਹੈ। ਇੱਕ ਬੰਨੇ ਸਾਡੀਆਂ ਅਗਲੀਆਂ ਜਨਰੇਸ਼ਨਸ ਦੀ ਯਾਦਦਾਸ਼ਤ ਦੇ ਵਿੱਚੋਂ ਸਿੱਖ ਜੈਨੋਸਾਈਡ ਔਰ ਜੋ ਸਿੱਖਾਂ ਨਾਲ ਵਧੀਕੀਆਂ ਹੋਈਆਂ ਉਹਨਾਂ ਨੂੰ ਬੜੇ ਸਿਸਟਮੈਟਿਕ ਤਰੀਕੇ ਦੇ ਨਾਲ ਇਰੇਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਮਸਟਰਡ ਫਲਾਵਰ ਕੈਂਪੇਨ ਉਹ ਕੈਂਪੇਨ ਹੈ ਜਿਹੜਾ ਉਸ ਯਾਦ ਨੂੰ ਹਮੇਸ਼ਾ ਬਰਕਰਾਰ ਰੱਖਣਾ ਚਾਹੁੰਦਾ ਹੈ, ਔਰ ਤਾਂ ਕਿ ਜਿਹੜੇ ਸਾਡੇ ਅਗਲੇ ਆਉਣ ਵਾਲੇ ਜਨਰੇਸ਼ਨ ਬੱਚੇ ਨੇ ਉਹਨਾਂ ਦੇ ਕੋਲ ਕੁਛ ਹੋਵੇ ਕਿ ਦੁਨੀਆ ਵਿੱਚ ਕਿਤੇ ਵੀ ਕੋਈ ਇਨਸਾਨ ਤੁਰਿਆ ਜਾਂਦਾ ਜਦੋਂ ਸਰੋਂ ਦਾ ਫੁੱਲ ਦੇਖੇ ਤੇ ਉਸ ਨੂੰ ਇਹ ਦਿਮਾਗ 'ਚ, ਜ਼ਹਿਨ 'ਚ ਇਹ ਗੱਲ ਜ਼ਰੂਰ ਆਏ ਕਿ ਸਿੱਖਾਂ ਦੇ ਨਾਲ 20 ਸਾਲ ਇਹ ਵਧੀਕੀਆਂ ਹੋਈਆਂ ਔਰ ਅੱਜ ਵੀ ਹੋ ਰਹੀਆਂ ਹੈ। ਉਹ ਜੈਨੋਸਾਈਡ ਕੰਟੀਨਿਊ ਹੈ ਪਰ ਇੱਕ ਡਿਫਰੈਂਟ ਤਰੀਕੇ ਦੇ ਨਾਲ, ਇੱਕ ਸਿਸਟਮੈਟਿਕ ਤਰੀਕੇ ਦੇ ਨਾਲ, ਕਿਉਂਕਿ ਜਿਹੜੀ ਲੜਾਈ ਹੈ ਉਹ ਹਥਿਆਰਾਂ ਤੋਂ ਹੁਣ ਟੇਬਲ 'ਤੇ ਆ ਚੁੱਕੀ ਹੈ। ਔਰ ਜੇ ਅਸੀਂ ਟੇਬਲ 'ਤੇ ਬਹਿ ਕੇ ਅਸੀਂ ਉਸ ਦਾ ਮੁਕਾਬਲਾ ਨਹੀਂ ਕਰਦੇ, ਇੰਟਲੈਕਚੁਅਲ ਲੈਵਲ 'ਤੇ ਇਹਦਾ ਮੁਕਾਬਲਾ ਨਹੀਂ ਕਰਦੇ, ਤੇ ਫਿਰ ਲੜਾਈ ਬੜੀ ਮੁਸ਼ਕਿਲ ਹੋ ਜਾਏਗੀ ਸਾਡੇ ਲਈ। ਸੋ ਇਹ ਜਿਹੜਾ ਮਸਟਰਡ ਫਲਾਵਰ ਹੈ, ਇਹ ਉਹਦਾ ਕੌਨਸੈਪਟ ਹੈਗਾ ਕਿ ਜਿਹੜਾ ਸਿੱਖ ਜੈਨੋਸਾਈਡ ਦਾ ਜਿਹੜੀ ਮੈਸੇਜ ਦੇ ਵਿੱਚ ਅਸੀਂ ਉਹਨਾਂ ਨੂੰ ਅਵੇਅਰ ਕਰਨਾ ਹੈ, ਉਹਨਾਂ ਦੀ ਜਿਹੜੀ ਸਾਡੀ ਇਰੋਜ਼ਨ ਹੋ ਰਹੀ ਹੈ ਸਾਡੀ ਮੈਮਰੀ ਦੀ, ਉਹਦੇ ਬਾਰੇ, ਔਰ ਸਾਡੀ ਹਿਸਟਰੀ ਦੇ ਵਿੱਚ ਜਿਹੜੀ ਡਿਲੂਸ਼ਨ ਹੋ ਰਹੀ ਹੈ ਉਹਦੀ ਰੈਸਟੋਰੇਸ਼ਨ ਕਰਨੀ ਹੈ ਅਸੀਂ। ਔਰ ਸਿੱਖ ਨਰੇਟਿਵ ਥਰੂ ਸਿੱਖ ਵੌਇਸਿਸ, ਸਿੱਖਾਂ ਦੀ ਨਰੇਸ਼ਨ, ਸਿੱਖਾਂ ਦੀ ਕਹਾਣੀ, ਸਿੱਖਾਂ ਦੀ ਜ਼ੁਬਾਨੀ ਜਿਹੜੀ ਉਹ ਸੁਣੀ ਜਾਵੇ, ਨਾ ਕਿ ਸਾਡਾ ਇਤਿਹਾਸ, ਸਾਡੀ ਕਹਾਣੀ ਕੋਈ ਹੋਰ ਸਾਡੇ ਲਈ ਲਿਖੇ ਤੇ ਆਪਣੀ ਮਰਜ਼ੀ ਨਾਲ ਲਿਖੇ। ਅਸੀਂ ਆਪਣੀ ਕਹਾਣੀ ਆਪ ਲਿਖਣੀ ਹੈ, ਫਸਟ ਹੈਂਡ ਲਿਖਣੀ ਹੈ, ਤਾਂ ਕਿ ਦੁਨੀਆ ਸਾਡੀ ਕਹਾਣੀ ਸਾਡੇ ਮੂੰਹੋਂ, ਸਾਡੀ ਲਿਖਤਾਂ ਦੇ ਰਾਹੀਂ ਸੁਣੇ, ਨਾ ਕਿ ਕੋਈ ਹੋਰ ਆ ਕੇ ਦੱਸੇ। ਕਿਉਂਕਿ ਇਤਿਹਾਸ ਗਵਾਹ ਹੈ ਕਿ ਸਿੱਖ ਇਤਿਹਾਸ ਰਚਦੇ ਨੇ ਕਿ ਲਿਖਦੇ ਬਹੁਤ ਘੱਟ ਨੇ। ਕਦੀ ਗੋਰੇ ਲਿਖਦੇ ਨੇ ਤੇ ਕਦੀ ਮੁਗਲ ਆ ਕੇ ਤੇ ਕਦੀ ਕੋਈ ਹੋਰ ਕਮਿਊਨਿਟੀ ਦਾ ਬੰਦਾ ਆ ਕੇ ਸਾਡਾ ਇਤਿਹਾਸ ਲਿਖਦਾ ਹੈ। ਸੋ ਅਸੀਂ ਉਹ ਪਰੰਪਰਾ ਚੇਂਜ ਕਰਨੀ ਹੈ, ਅਸੀਂ ਆਪਣਾ ਇਤਿਹਾਸ ਆਪ ਲਿਖਣਾ ਹੈ ਤਾਂ ਕਿ ਉਹਦੇ ਵਿੱਚ ਕੋਈ ਮਿਲਾਵਟ ਨਾ ਹੋਵੇ। ਸੋ ਇਹ ਕੌਨਸੈਪਟ ਲੈ ਕੇ ਅਸੀਂ ਚੱਲੇ ਸੀਗੇ। ਸੋ ਇਹ ਜਿਹੜਾ ਕੌਨਸੈਪਟ ਆ ਇਹ ਅਸੀਂ ਕੌਮ ਦੇ ਸਾਹਮਣੇ ਰੱਖਿਆ। ਔਰ ਦਾ ਵੇ ਇਟ ਵਰਕਸ ਇਹ ਹੈ ਕਿ ਅਸੀਂ ਇਹ ਕੌਨਸੈਪਟ ਇੰਡੀਵਿਜੂਅਲਸ ਔਰ ਔਰਗਨਾਈਜੇਸ਼ਨਸ ਅਰਾਊਂਡ ਦਾ ਵਰਲਡ, ਸਾਰੇ ਕੰਟੀਨੈਂਟਸ ਦੇ ਵਿੱਚ, ਨਾਰਥ ਅਮਰੀਕਾ, ਕੈਨੇਡਾ, USA, ਫਰਾਂਸ, ਇੰਗਲੈਂਡ, ਜਰਮਨੀ, ਇੰਡੀਆ, ਆਸਟ੍ਰੇਲੀਆ, ਜਿੱਥੇ ਜਿੱਥੇ ਤੱਕ ਅਸੀਂ ਪਹੁੰਚ ਸਕੇ ਹਾਂ, ਉੱਥੇ ਦੀਆਂ ਸੰਸਥਾਵਾਂ ਔਰ ਉੱਥੋਂ ਦੇ ਜਿਹੜੇ ਸਿੱਖ ਐਕਟਿਵਿਸਟ ਨੇ ਜਿਹੜੇ ਕਮਿਊਨਿਟੀ 'ਚ ਵਿਚਰ ਰਹੇ ਨੇ, ਉਹਨਾਂ ਨੂੰ ਅਸੀਂ ਇਹ ਕੌਨਸੈਪਟ ਦਿੱਤਾ ਹੈ। ਉਹਨਾਂ ਦੀਆਂ ਇੰਡੋਰਸਮੈਂਟਸ ਇਸ 'ਤੇ ਮਿਲੀਆਂ ਔਰ ਸਾਡੀ ਕੋਸ਼ਿਸ਼ ਔਰ ਉਮੀਦ ਹੈ ਕਿ ਸਿੱਖ ਸੰਗਤੀ ਰੂਪ ਦੇ ਵਿੱਚ ਯੂਨੈਨਿਮਸਲੀ ਇੱਕ ਆਵਾਜ਼ ਦੇ ਨਾਲ ਇਸ ਸਿੰਬਲ ਨੂੰ ਅਡੋਪਟ ਕਰਨ ਤਾਂ ਕਿ ਅਸੀਂ ਜਿਹੜੇ ਅਗਲੇ ਸਟੈਪਸ ਨੇ ਇਸ ਕੈਂਪੇਨ ਦੇ ਉਹ ਲੈ ਸਕੀਏ। ਜੀ ਬਹੁਤ ਵਧੀਆ ਤੁਸੀਂ ਸਾਰੀ ਗੱਲ ਨੂੰ ਸਮਰਾਈਜ਼ ਕਰ ਦਿੱਤਾ। ਅਸੀਂ ਦੋਸਤੋ ਸਾਡੇ ਸਰੋਤਿਆਂ ਨੂੰ ਇਹ ਦੱਸ ਦਈਏ, ਜਿਹੜੀ ਸਿੰਬਲ ਦੀ ਗੱਲ ਹੋ ਰਹੀ ਹੈ, ਪਿਛਲੇ ਸਾਲ ਨਵੰਬਰ ਦੇ ਵਿੱਚ ਇਸ ਦੀ ਸ਼ੁਰੂਆਤ ਕਰ ਦਿੱਤੀ ਗਈ ਸੀ, ਕਿਉਂਕਿ ਨਵੰਬਰ 1984 ਨੂੰ ਯਾਦ ਰੱਖਦੇ ਹੋਏ ਬਲੱਡ ਡੋਨੇਸ਼ਨ ਦੀ ਇਹ ਕੈਂਪੇਨ ਚੱਲਦੀ ਹੈ, ਬਲੱਡ ਡੋਨੇਸ਼ਨ ਬਾਏ ਸਿੱਖ ਨੇਸ਼ਨ ਕੈਂਪੇਨ ਅਗੇਂਸਟ ਜੈਨੋਸਾਈਡ ਦੇ ਨਾਮ ਥੱਲੇ। ਉਸ ਦੇ ਦੌਰਾਨ, ਉਸ ਤੋਂ ਪਹਿਲਾਂ ਇਸ ਦੀ ਸ਼ੁਰੂਆਤ ਕੀਤੀ ਗਈ। ਜਿੱਥੇ ਜਿੱਥੇ ਵੀ ਬਲੱਡ ਡੋਨੇਸ਼ਨ ਦੇ ਕੈਂਪ ਲੱਗੇ ਜਾਂ ਉਸ ਤੋਂ ਬਿਨਾਂ ਵੀ ਹਰ ਥਾਂ 'ਤੇ ਇਸ ਦਾ ਪ੍ਰਚਾਰ ਕੀਤਾ ਗਿਆ। ਇਸ ਨੂੰ ਜਿਹੜਾ ਪੌਪੀ ਫਲਾਵਰ ਵਾਂਗੂ ਅਸੀਂ ਆਪਣੇ ਜੇਬਾਂ 'ਤੇ ਲਾਇਆ, ਕੋਟਾਂ 'ਤੇ ਲਾਇਆ। ਪਿਛਲੇ ਨਗਰ ਕੀਰਤਨ ਦੇ ਵਿੱਚ ਵੀ ਜਿਹੜਾ ਸਰੋਂ ਦਾ ਫੁੱਲ ਹੈ ਉਸ ਦਾ ਇੱਕ ਬਟਨ ਬਣਾਇਆ ਹੋਇਆ ਬਲਜੀਤ ਹੋਰਾਂ ਨੇ, ਤੇ ਹਰ ਥਾਂ 'ਤੇ ਇਹਨਾਂ ਨੇ ਵੰਡਣ ਦੀ ਕੋਸ਼ਿਸ਼ ਕੀਤੀ ਹੈ। ਕਈ ਸੰਸਥਾਵਾਂ ਨੇ ਉਸ ਬਟਨ ਨੂੰ ਆਪਣੇ ਆਪ ਬਣਾ ਕੇ ਵੰਡ ਰਹੀਆਂ ਨੇ, ਉਸ ਨੂੰ ਵਰਤ ਰਹੀਆਂ ਨੇ। ਕੱਲ੍ਹ ਨੂੰ ਜਿਹੜਾ ਨਗਰ ਕੀਰਤਨ ਹੋਣਾ ਹੈ ਬਰੈਂਪਟਨ ਦੇ ਵਿੱਚ 4 ਜੂਨ ਵਾਲੇ ਦਿਨ, ਉਸ ਨਗਰ ਕੀਰਤਨ 'ਤੇ ਵੀ ਉੱਥੇ ਸਟਾਲ ਲੱਗਣਾ ਹੈ ਬਲੱਡ ਡੋਨੇਸ਼ਨ ਬਾਏ ਸਿੱਖ ਨੇਸ਼ਨ ਦੇ ਨਾਮ ਥੱਲੇ। ਉੱਥੇ ਤੁਸੀਂ ਆ ਕੇ ਸਾਨੂੰ ਮਿਲ ਸਕਦੇ ਹੋ, ਬਲਜੀਤ ਹੋਰੀ ਵੀ ਉੱਥੇ ਹੋਣਗੇ। ਤੁਹਾਡਾ ਕੋਈ ਹੋਰ ਕੋਈ ਗੱਲਬਾਤ ਹੋਵੇ, ਤੁਸੀਂ ਗੱਲਬਾਤ ਕਰਨੀ ਹੋਵੇ, ਕੱਲ੍ਹ ਨੂੰ ਉੱਥੇ ਮਿਲ ਕੇ ਵੀ ਕੀਤੀ ਜਾ ਸਕਦੀ ਹੈ। ਅਤੇ ਅਸੀਂ ਉੱਥੇ ਜਿਹੜਾ ਇਹ ਸਰੋਂ ਦਾ ਫੁੱਲ ਹੈ ਉਸ ਦੀ ਸਿਗਨੀਫਿਕੈਂਸ ਨੂੰ ਵਧਾਉਣ ਵਾਸਤੇ ਉਸ ਨੂੰ ਅਸੀਂ ਸਾਰੇ ਜਣੇ ਆਪਣੀਆਂ ਜੇਬਾਂ 'ਤੇ, ਕੋਟਾਂ 'ਤੇ, ਸ਼ਰਟਸ ਦੇ ਉੱਤੇ ਲਾ ਕੇ ਅਤੇ ਕੱਲ੍ਹ ਨੂੰ ਨਗਰ ਕੀਰਤਨ ਦੇ ਵਿੱਚ ਵਾਕ ਕਰਨੀ ਹੈ। ਸਿੰਬਲ ਦੀ ਗੱਲ ਬਹੁਤ ਜ਼ਰੂਰੀ ਸੀ, ਬਲਜੀਤ ਹੋਰਾਂ ਨੇ ਸਮਝਾ ਦਿੱਤੀ ਹੈ। ਜਿਸ ਤਰ੍ਹਾਂ ਕਿ ਆਪਾਂ ਜੇਕਰ
ਆਮ ਸਿੰਬਲਸ ਦੀ ਗੱਲ ਕਰੀਏ, ਜੇ ਕਿਤੇ ਰੈੱਡ ਕਰਾਸ ਸਾਨੂੰ ਲੱਗਿਆ ਹੋਇਆ ਦਿਸ ਜਾਵੇ ਤਾਂ ਆਪਾਂ ਨੂੰ ਪਤਾ ਲੱਗ ਜਾਂਦਾ ਉਹ ਕਿਹਦੀ ਗੱਲ ਕਰਦਾ। ਰੈੱਡ ਕਰਾਸ ਦਾ ਮਤਲਬ ਦੁਨੀਆ ਭਰ ਦੇ ਵਿੱਚ ਰੈੱਡ ਕਰਾਸ ਮਸ਼ਹੂਰ ਹੈ। ਇਸ ਤਰ੍ਹਾਂ ਜੇ ਆਪਾਂ ਨਾਜ਼ੀ ਸਾਈਨ ਦੀ ਗੱਲ ਕਰੀਏ, ਇੱਕ ਸਵਸਤਿਕਾ ਸਾਈਨ ਆ, ਉਹਦੀ ਗੱਲ ਕਰ ਸਕਦੇ ਹਾਂ। ਅਤੇ ਕੈਨੇਡਾ ਦੇ ਵਿੱਚ ਪੌਪੀ ਫਲਾਵਰ ਨਵੰਬਰ ਦੇ ਮਹੀਨੇ ਵਿੱਚ ਆਪਾਂ ਜਦੋਂ ਵੀ ਲਾਉਂਦੇ ਹਾਂ, ਪੀਸਫੁਲ ਫਿਊਚਰ ਦਾ ਇੱਕ ਵਾਅਦਾ ਕਰਦਾ ਹੋਇਆ ਪੌਪੀ ਫਲਾਵਰ ਆਪਣੇ ਜਿਹੜੇ ਯੋਧੇ ਸੀ ਜਿਨ੍ਹਾਂ ਦੀਆਂ ਜਾਨਾਂ ਗਈਆਂ ਸੀ ਉਹਨਾਂ ਨੂੰ ਯਾਦ ਕਰਦਾ ਹੋਇਆ ਅਸੀਂ ਪੌਪੀ ਫਲਾਵਰ ਲਾਉਂਦੇ ਹਾਂ। ਇਸੇ ਤਰ੍ਹਾਂ ਹੀ ਹਰ ਸਾਲ ਨਵੰਬਰ ਦੇ ਵਿੱਚ ਸਰੋਂ ਦਾ ਫੁੱਲ ਅਸੀਂ ਸਾਰੇ ਜਣੇ, ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਉਸ ਦੀ ਤੁਹਾਨੂੰ ਮਿਲ ਜਾਣੀ ਹੈ ਫਾਈਲ, ਆਨਲਾਈਨ ਵੀ ਪਈ ਹੈ, ਉੱਥੋਂ ਲੈ ਕੇ ਤੁਸੀਂ ਉਸ ਨੂੰ ਵਰਤ ਸਕਦੇ ਹੋ, ਉਸ ਦੀ ਗੱਲਬਾਤ ਕਰ ਸਕਦੇ ਹੋ। ਸੋ ਆਓ ਸਾਰੇ ਜਣੇ ਰਲ ਕੇ ਇਸ ਕੈਂਪੇਨ ਦਾ ਹਿੱਸਾ ਬਣੀਏ। ਅਤੇ ਕੱਲ੍ਹ ਨੂੰ ਨਗਰ ਕੀਰਤਨ ਦੇ ਵਿੱਚ ਸਾਡਾ ਜਿਹੜਾ ਸਟਾਲ ਲੱਗਣਾ, ਉੱਥੇ ਆ ਕੇ ਤੁਸੀਂ ਸਾਡੇ ਨਾਲ ਗੱਲਬਾਤ ਵੀ ਕਰ ਸਕਦੇ ਹੋ। ਬਲਜੀਤ, ਕੋਈ ਹੋਰ ਗੱਲਬਾਤ ਕਰਨੀ ਚਾਹੁੰਦੇ ਹੋ ਇਸ ਟੌਪਿਕ 'ਤੇ, ਜਾਂ ਕੋਈ ਜੂਨ ਦੇ ਮਹੀਨੇ ਬਾਰੇ? ਹਾਂਜੀ, ਮੈਂ ਥੋੜ੍ਹਾ ਜਿਹਾ ਗੱਲ ਕਰਨਾ ਚਾਹੁੰਦਾ ਕਿ ਇਸ ਜਿਹੜਾ ਸਾਰਾ ਕੌਨਸੈਪਟ ਹੈ ਕਿ ਅਸੀਂ ਜਿਹੜਾ ਵਿਕਟਮਹੁੱਡ ਦੀ ਸਾਡੀ ਜਰਨੀ ਹੈ, ਫਰੋਮ ਵਿਕਟਮਹੁੱਡ ਟੂ ਹੀਲਿੰਗ। ਸੋ ਅਸੀਂ ਵਿਕਟਮਹੁੱਡ ਦੇ ਵਿੱਚ ਕਾਫੀ ਰਹਿ ਲਿਆ ਐਂਡ ਇਟ ਇਜ਼ ਟਾਈਮ ਟੂ ਮੂਵ ਇਨਟੂ ਹੀਲਿੰਗ, ਕਿ ਜਿਹੜੀ ਸਾਡੀ ਹੀਲਿੰਗ ਹੋਣੀ ਚਾਹੀਦੀ ਹੈ ਉਹ ਪੋਜ਼ੀਟਿਵ ਤਰੀਕੇ ਨਾਲ ਔਰ ਚੜ੍ਹਦੀ ਕਲਾ ਵਿੱਚ ਰਹਿਣ ਦਾ ਜਿਹੜਾ ਸਿੱਖਾਂ ਦਾ ਕੌਨਸੈਪਟ ਹੈ ਉਹ ਇਸ ਕੈਂਪੇਨ ਦੇ ਵਿੱਚ ਤੁਹਾਨੂੰ ਦਿਖੇਗਾ। ਔਰ ਇਹਦੇ ਵਿੱਚ ਜੋ ਇਮੋਸ਼ਨਲ ਸਟਰਗਲ ਹੈ ਐਜ਼ ਅ ਕਮਿਊਨਿਟੀ, ਐਜ਼ ਅ ਸਿੱਖ ਕਮਿਊਨਿਟੀ ਅਰਾਊਂਡ ਦਾ ਗਲੋਬ, ਉਸ ਨੂੰ ਐਕਨੋਲੇਜ ਕਰਨਾ। ਕਿਉਂਕਿ ਕਈ ਵਾਰੀ ਸਾਡੀ ਕਮਿਊਨਿਟੀ 'ਚ ਇਹ ਹੋ ਜਾਂਦਾ ਕਿ ਅਸੀਂ ਆਪਣੇ ਇਮੋਸ਼ਨਸ ਨੂੰ ਐਕਨੋਲੇਜ ਨਹੀਂ ਕਰਦੇ, ਔਰ ਜਦ ਤੱਕ ਅਸੀਂ ਆਪਣੇ ਇਮੋਸ਼ਨਸ ਨੂੰ ਐਕਨੋਲੇਜ ਨਹੀਂ ਕਰਦੇ ਅਸੀਂ ਹੀਲਿੰਗ ਵੱਲ ਨਹੀਂ ਵੱਧ ਸਕਦੇ। ਸੋ ਸਾਡੀ ਕੋਸ਼ਿਸ਼ ਇਹ ਹੈ ਕਿ ਅਵੇਅਰਨੈਸ ਕਰਨਾ, ਸਿੱਖ ਜੈਨੋਸਾਈਡ ਬਾਰੇ ਅਵੇਅਰਨੈਸ, ਸਿੱਖ ਜੈਨੋਸਾਈਡ ਦੀ ਐਕਸੈਪਟੈਂਸ ਔਰ ਸਿੱਖ ਜੈਨੋਸਾਈਡ ਦੀ ਐਕਨੋਲੇਜਮੈਂਟ, ਕਿ ਜੇ ਕੋਈ ਸਿੱਖ ਜੈਨੋਸਾਈਡ ਦਾ ਵਿਕਟਮ ਆ ਕੇ ਤੁਹਾਨੂੰ ਆਪਣੀ ਗੱਲ ਦੱਸਦਾ ਹੈ ਤੇ ਸਾਡੀ ਇਹ ਡਿਊਟੀ ਬਣ ਜਾਂਦੀ ਹੈ ਉਹਦੀ ਗੱਲ ਸੁਣਨੀ ਔਰ ਉਹਦੀ ਗੱਲ ਉਹਦੇ ਦੱਸੇ ਮੁਤਾਬਕ ਉਹਨੂੰ ਮੰਨਣਾ। ਸੋ ਇਹਨੂੰ ਕਹਿੰਦੇ ਐਕਨੋਲੇਜਮੈਂਟ ਕਰਨਾ। ਜ਼ਰੂਰੀ ਨਹੀਂ ਕਿ ਤੁਸੀਂ ਉਹਦੇ ਨਾਲ ਤੁਸੀਂ ਰਾਜ਼ੀ ਹੋਣਾ, ਪਰ ਉਹਨੂੰ ਐਕਨੋਲੇਜ ਕਰਨਾ ਕਿ ਹਾਂ ਅਸੀਂ ਤੇਰੀ ਦਰਦ ਨੂੰ ਸਮਝਦੇ ਹਾਂ ਔਰ ਅਸੀਂ ਹੀਲਿੰਗ ਵੱਲ ਅੱਗੇ ਵਧਣਾ ਹੈ। ਔਰ ਸਾਡੀ ਕੋਸ਼ਿਸ਼ ਲੌਂਗ ਟਰਮ ਇਹ ਹੋਏਗੀ ਕਿ ਅਸੀਂ ਇਸ ਕੈਂਪੇਨ ਦੇ ਜ਼ਰੀਏ ਇੱਕ ਐਜੂਕੇਸ਼ਨਲ ਮਟੀਰੀਅਲ ਤਿਆਰ ਕਰ ਸਕੀਏ, ਪ੍ਰੈਜੈਂਟੇਸ਼ਨਸ ਤਿਆਰ ਕਰ ਸਕੀਏ, ਕਿਤਾਬਾਂ 'ਤੇ ਕੰਮ ਕਰ ਸਕੀਏ, ਤਾਂ ਕਿ ਜਿਹੜੀ ਸਾਡੀ ਐਜੂਕੇਸ਼ਨ ਹੈ, ਵਿਜ਼ੂਅਲ ਹਿਸਟਰੀ, ਇਮੇਜਿਸ ਐਂਡ ਵੀਡੀਓਜ਼, ਔਰ ਜਿਹੜੀ ਰਿਟਨ ਔਰ ਓਰਲ ਹਿਸਟਰੀ ਹੈ ਉਹ ਅਸੀਂ ਆਪਣੇ ਅਗਲੇ ਜਿਹੜੇ ਸਾਡੇ ਬੱਚੇ ਨੇ ਉਹਨਾਂ ਤੱਕ ਅਸੀਂ ਪਹੁੰਚਾ ਸਕੀਏ। ਔਰ ਇਹਦਾ ਜੋ ਸਾਡਾ ਵੈਬਸਾਈਟ ਹੈ ਜੀ mustardflower.net, ਇਹਦੇ ਉੱਤੇ ਸਾਰੀ ਜਿਹੜੀ ਮੈਂ ਗੱਲਬਾਤ ਕਰ ਰਿਹਾ ਉਹ ਬੜੀ ਡਿਟੇਲ ਦੇ ਵਿੱਚ ਪੰਜਾਬੀ ਔਰ ਅੰਗਰੇਜ਼ੀ ਦੇ ਵਿੱਚ ਸਾਰਾ ਇਹਦਾ ਜਿਹੜਾ ਕੌਨਸੈਪਟ ਹੈ ਉਹ ਸਮਝਾਇਆ ਗਿਆ ਹੈ। ਔਰ ਉਹਦੇ ਉੱਤੇ ਅਸੀਂ ਜਿਹੜਾ ਐਜੂਕੇਸ਼ਨ ਮਟੀਰੀਅਲ ਹੈ ਉਹ ਅਸੀਂ ਇਸ ਸਾਲ ਦੇ ਵਿੱਚ ਥੋੜ੍ਹਾ ਹੌਲੀ ਹੌਲੀ ਪਾਉਣਾ ਸ਼ੁਰੂ ਕਰ ਦਿਆਂਗੇ। ਆਲਰੇਡੀ ਇੱਕ ਪੈਂਪਲੇਟ ਜਿਹੜਾ ਉਹ ਤਿਆਰ ਹੋ ਚੁੱਕਾ ਹੈ, ਔਰ ਜਿਹੜਾ ਤੁਸੀਂ ਸਿੱਖ ਜੈਨੋਸਾਈਡ ਐਜੂਕੇਸ਼ਨ ਦੇ ਟੈਬ ਦੇ ਅੰਡਰ ਉਹ ਜਿਹੜਾ ਪੈਂਪਲੇਟ ਅਵੇਲੇਬਲ ਹੈ ਉਹਦੇ ਵਿੱਚ ਦੱਸਿਆ ਗਿਆ ਕਿ ਤੁਸੀਂ ਕੀ ਕਰ ਸਕਦੇ ਹੋ ਔਰ ਇਹਦਾ ਕੌਨਸੈਪਟ ਕੀ ਹੈ ਔਰ ਕਿਵੇਂ ਕਮਿਊਨਿਟੀ ਜਿਹੜੀ ਹੈ ਉਹ ਮਸਟਰਡ ਫਲਾਵਰ ਕੈਂਪੇਨ ਦਾ ਹਿੱਸਾ ਬਣ ਸਕਦੀ ਹੈ। ਸੋ mustardflower.net ਦੇ ਉੱਤੇ ਜਿੰਨਾ ਵੀ ਮਟੀਰੀਅਲ ਹੈ ਉਹ, ਔਰ ਇਹ ਕੈਂਪੇਨ ਇਹ ਕਿਸੇ ਇੱਕ ਇੰਡੀਵਿਜੂਅਲ ਦੀ ਪ੍ਰੋਪਰਟੀ ਨਹੀਂ ਹੈ, ਇਹ ਸਿੱਖ ਕੌਮ ਦਾ ਪ੍ਰੋਪਰਟੀ ਹੈ। ਸਿੱਖ ਕੌਮ ਨੂੰ ਇਹ ਕੌਨਸੈਪਟ ਦਿੱਤਾ ਗਿਆ ਹੈ, ਸਿੱਖ ਕੌਮ ਦੀ ਝੋਲੀ 'ਚ ਪਾਇਆ ਗਿਆ ਹੈ, ਔਰ ਕੋਈ ਵੀ ਸਿੱਖ ਇਹ ਮਟੀਰੀਅਲ ਐਜੂਕੇਸ਼ਨਲ ਪਰਪਸਿਸ ਲਈ ਆਪਣੇ ਰਿਸਰਚ ਵਿੱਚ, ਸਕੂਲ ਦੀ ਪ੍ਰੈਜੈਂਟੇਸ਼ਨ ਦੇ ਵਿੱਚ, ਜਿੱਥੇ ਵੀ ਕੋਈ ਸਿੱਖ ਜੈਨੋਸਾਈਡ ਦੀ ਗੱਲ ਹੁੰਦੀ ਉਹਦੀ ਕਮਿਊਨੀਕੇਸ਼ਨ ਦੇ ਵਿੱਚ ਤੁਸੀਂ ਇਸਤੇਮਾਲ ਕਰ ਸਕਦੇ ਹੋ। ਇਹਦੇ 'ਤੇ ਕੋਈ ਪਾਬੰਦੀ ਨਹੀਂ ਹੈ, ਸਿੱਖਾਂ ਦੀ ਜਾਇਦਾਦ ਹੈ ਔਰ ਅਸੀਂ ਚਾਹੁੰਦੇ ਹਾਂ ਕਿ ਸਿੱਖ ਇਸ ਨੂੰ ਇਸਤੇਮਾਲ ਕਰਨ। ਬਹੁਤ ਵਧੀਆ ਜੀ,